ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਅਪਾਰ ਰਹਿਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਰਹਿਮਤ ਕਰਦੇ ਆ, ਸਮਝਾਉਂਦੇ ਨੇ ਕਿ ਮਨੁੱਖ ਦੇ ਜੀਵਨ ਦੇ ਵਿੱਚ ਸਹਿਜ ਦਾ ਹੋਣਾ ਅਤ ਲੋੜੀਂਦਾ ਹੈ। ਸਹਿਜ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਕਰ ਪਾਉਂਦੇ। ਕਰਦੇ ਜ਼ਰੂਰ ਹਾਂ, ਪਰ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤਸੱਲੀ, ਕੋਈ ਮਨ ਦਾ ਟਿਕਾਅ, ਕੋਈ ਸ਼ਾਂਤੀ, ਕੋਈ ਸੁੱਖ ਕੁਛ ਨਹੀਂ ਹੈ। ਇਸ ਕਰਕੇ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਰਹਿਮਤ ਕਰਦਿਆਂ ਸਾਨੂੰ ਸਮਝਾਉਂਦੇ ਨੇ ਕਿ ਜਿਨ੍ਹਾਂ ਤੇ ਗੁਰੂ ਦੀ ਰਹਿਮਤ ਹੋ ਜਾਂਦੀ ਹੈ ਉਹਨਾਂ ਨੂੰ ਸਹਿਜ ਹਾਸਲ ਹੁੰਦਾ ਹੈ। ਤੇ ਸਤਿਗੁਰੂ ਕਹਿੰਦੇ ਸਹਿਜ ਨਾਲ ਹੀ ਗੁਰੂ ਮਿਲਦਾ ਹੈ ਤੇ ਗੁਰੂ ਨਾਲ ਹੀ ਸਹਿਜ ਆਉਂਦਾ ਹੈ। ਸਹਿਜ ਮਤਲਬ ਸਰਲਤਾ, ਸਹਿਜ ਮਤਲਬ ਟਿਕਾ, ਜਿੱਥੇ ਮਨ ਦੀ ਦੌੜ ਮਿਟ ਜਾਏ, ਜਿੱਥੇ ਪਹੁੰਚ ਕੇ ਮਨ ਕਹੇ ਕਿ ਨਹੀਂ ਬਸ ਹੁਣ ਕਿਧਰੇ ਹੋਰ ਜਾਣ ਦੀ ਜ਼ਰੂਰਤ ਨਹੀਂ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਸ ਦਿਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਲੜ ਫੜਿਆ, ਉਸ ਦਿਨ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਰਹੀ। ਉਸ ਤੋਂ ਪਹਿਲਾਂ ਉਹ ਭਟਕਦੇ ਰਹੇ। ਉਹਨਾਂ ਦੇ ਚਰਨਾਂ ਨਾਲ ਜੁੜਨ ਤੋਂ ਪਹਿਲਾਂ ਇੱਧਰ ਉੱਧਰ ਖੱਜਲ ਹੁੰਦੇ ਰਹੇ, ਤੀਰਥਾਂ ਦੀ ਯਾਤਰਾ ਕਰਦੇ ਰਹੇ, ਕਰਮ ਕਾਂਡ ਕਰਦੇ ਰਹੇ, ਬਹੁਤ ਕੁਛ ਕਰਿਆ ਉਹਨਾਂ ਨੇ, ਜਪ ਤਪ ਸੰਜਮ ਸਾਧਨਾ, ਬੜਾ ਕੁਛ, ਪਰ ਸਹਿਜ ਨਹੀਂ, ਟਿਕਾ ਨਹੀਂ। ਜਿਸ ਦਿਨ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਮੇਲ ਹੋਇਆ, ਉਸੇ ਦਿਨ ਟਿਕਾ ਆ ਗਿਆ, ਉਸੇ ਦਿਨ ਸਹਿਜ ਆ ਗਿਆ। ਤੇ ਸਤਿਗੁਰੂ ਨੂੰ ਫਿਰ ਕਹਿਣਾ ਪਿਆ ਕਿ ਸਤਿਗੁਰ ਤਾਂ ਪਾਇਆ ਸਹਿਜ ਸਿੱਧੀ, ਕਿ ਮੈਂ ਸਹਿਜ ਰਾਹੀਂ ਗੁਰੂ ਪਾ ਲਿਆ। ਇਸ ਲਈ ਜਦੋਂ ਮਨ ਦੀ ਭਟਕਣਾ ਮਿਟ ਜਾਵੇ, ਜਦੋਂ ਅਸੀਂ ਸ਼ਾਂਤ ਹੋ ਕੇ ਟਿਕ ਕੇ ਬਹਿ ਜਾਈਏ, ਫਿਰ ਗੁਰੂ ਮਿਲਦਾ ਜੇ। ਉਸ ਤੋਂ ਬਿਨਾਂ ਭਾਵੇਂ ਅਸੀਂ ਗੁਰੂ ਦੇ ਕੋਲ ਵੀ ਕਿਉਂ ਨਾ ਬੈਠੇ ਹੋਈਏ, ਸਾਨੂੰ ਗੁਰੂ ਦਿਸਦਾ ਨਹੀਂ। ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਸਾਹਿਬ ਨੂੰ ਪਹਿਲਾਂ ਵੀ ਕਈ ਦਫਾ ਮਿਲੇ ਨੇ, ਕਿਉਂਕਿ ਰਿਸ਼ਤੇਦਾਰੀ ਹੈ ਆਪਸ ਵਿੱਚ, ਪਰ ਗੁਰੂ ਨਜ਼ਰ ਨਹੀਂ ਆਇਆ। ਸਿਰਫ ਇੱਕ ਰਿਸ਼ਤੇਦਾਰ ਦਿਖਾਈ ਦਿੱਤਾ, ਸਿਰਫ ਇੱਕ ਰਿਸ਼ਤੇਦਾਰ ਕਿ ਸਾਡੇ ਕੁੜਮ ਲੱਗਦੇ ਨੇ, ਸਾਡੀ ਨੂੰਹ ਦੇ ਪਿਤਾ ਨੇ, ਬਸ ਇਸ ਤੋਂ ਵੱਧ ਕੇ ਕੁਝ ਦਿਖਾਈ ਨਹੀਂ ਦਿੱਤਾ। ਪਰ ਜਿਸ ਦਿਨ ਕਿਸੇ ਨੇ ਚੋਟ ਕਰ ਦਿੱਤੀ, ਠੋਕਰ ਮਾਰ ਦਿੱਤੀ ਕਿ ਤੂੰ ਤਾਂ ਨਿਗੁਰਾ ਬੰਦਾ ਹੈ, ਇਸ ਤੋਂ ਪਹਿਲਾਂ, ਨਿਗੁਰੇ ਕਹਿਣ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਇਹੀ ਸਮਝ ਰਹੇ ਸਨ ਕਿ ਠੀਕ ਹੈ, ਜੋ ਵੀ ਹੋ ਰਿਹਾ ਹੈ, ਸਿਮਰਨ ਸਾਧਨਾ ਚੱਲ ਰਿਹਾ ਹੈ, ਤੀਰਥ ਯਾਤਰਾ ਹੋ ਰਹੀ ਹੈ, ਮਾੜਾ ਮੋਟਾ ਜਪ ਤਪ ਹੋ ਰਿਹਾ, ਵਧੀਆ। ਪਿੰਡ ਦੇ ਲੋਕ ਭਗਤ ਜੀ ਗੁਰਮੁਖ ਜੀ ਕਰਦੇ ਫਿਰਦੇ ਨੇ, ਠੀਕ ਹੈ। ਅਸੀਂ ਲੋਕ ਇੰਨੀ ਕੁ ਗੱਲ ਵਿੱਚ ਹੀ ਰਾਜ਼ੀ ਹੋ ਜਾਂਦੇ ਹਾਂ, ਜਦੋਂ ਕੋਈ ਸਾਡੀ ਸਿਫਤ ਕਰਨ ਲੱਗ ਜਾਏ ਨਾ
कि हाँ जी बहुत वधिया बंदा जी, भला पुरुष है, असीं अपने आप नूं उत्थे उन्ना की रोक लैंदे आ, उत्थे उन्ना की समझ लैंदे आ कि बस ठीक है, काफ़ी है। ख्याल रखना कि कई बारी किसी बंदे दा तुहाडी सिफत करना तुहानूं अगे वधण तो रोक भी लैंदा है। जदों कोई तुहानूं कहे ना कि तुसीं ते बहुत भले आदमी, भले पुरुष, तुसीं ते बहुत चंगे, तुसीं रोज़ गुरुद्वारे जा आउंदे हो, तुसीं रोज़ बाणी पढ़ लैंदे हो, सानूं उस गल दा हंकार हो जाता है कि हाँ मैं चंगा होना ही है, लोग चंगा कहते ने तां ही तां मैं चंगा ही हाँ, नहीं तो मैनू लोग चंगा क्यों कहण। इसलिए जदों असीं मन लैंदे ना कि हाँ मैं भला ही हाँ, फिर साडे जीवन विच भलाई नहीं आउंदी, फिर असीं सीमित हो गए, असीं बंद कर लिया अपने आप नूं। जिवें कोई बंदा किसी का बंद कमरे विच अपने आप नूं बंद करके बैठ गया, क्योंकि वो समझ के बह गया कि मैं तो भला हाँ, मैं तो धार्मिक हाँ, मैं तो भगत हो गया, गुरमुख हो गया, वो अगे नहीं वध पाता। फिर जिस दिन उस साधु ने चोट की ना कि तू तो निगुरा बंदा है, उस दिन समझ आई कि है तो कोल कुछ भी नहीं, एवें हंकार करी बैठे सां कि तीर्थ यात्रा की है, बड़ा जप तप किया है, लोकी सिफत भी करते हैं। उस दिन भरम टुटा। इसलिए भरम का टुटना बहुत जरूरी है साडे जीवन विच। जदों तक असी समझ ही बैठे हैं ना खुद नूं कुछ ना कुछ, उदों तक गुरु नाल मेल हुंदा ही नहीं। गुरु भावें साडे सामने होवे, भावें असी गुरुद्वारे दे मोहरे रहिंदे होइए जां गुरुद्वारे दे विच रहिंदे होइए, इस गल नाल कोई फर्क नहीं पैंदा। जद तक भरम नहीं टुटदा, गुरु नाल मेल हुंदा ही नहीं, गुरु नाल सांझ पैंदी होई नहीं। इसलिए भरम टुटे। प्रिथी चंद नूं यही तो भरम सी कि मैं तो गुरु रामदास महाराज दे बहुत नेड़े रहना वा, मैं तो उन्होंने छड्ड के कदे जांदा ही नहीं, मैं तो सेवा ही बड़ी करदा वा। यही चीज़ उसनूं खाली रख गई। यही चीज़ करके, इसे गल करके पृथ्वी खाली रह गया। इस करके सतगुरु समझाउंदे, सतगुरु कहंदे जदों भरम मिटदा है, जदों चोट वजदी है, तो फिर गुरु दे नाल सांझ पैंदी है, फिर गुरु की तलाश शुरू होंदी। जिस दिन सहज आ गया, गुरु मिल पिया, सामने दिस पिया। इसलिए तो सतगुरु बाणी अंदर समझाउंदे ने। सतगुरु कहंदे जिस दिन परमेश्वर नाल बंदे दी सांझ पैंदी है ना, तो बंदे नूं पहली दफा समझ आउंदा है कि जिसनूं असीं बाहर लभदे फिरदे सां अपने घर विच ही सी, जिन्हों तलाश करते फिरदे सां पहाड़ां विच, जंगलां विच, इधर उधर धर्म स्थानां विच लभदे फिरदे सां, वो अपने घर विच ही मिल पिया, वो अपने हिरदे विच ही लभ पिया। इसलिए जिस दिन सहज आउंदा है साडे जीवन विच, सतगुरु कहंदे सहज घर पाया, सहज दा घर मिल पिया टिका। इसलिए सहज दा होना अत लोड़ींदा है। जो कर्म असीं कर रहे हैं, सतगुरु कहंदे उन्हां नाल सहज नहीं मिलदा। कर्मी सहज ना ऊपजै। सतगुरु कहंदे ये जिहड़े दिखावे दे कर्म ने ना, कर्म कांड, इन्हां नाल सहज नहीं मिलदा। ते दुनियावी कर्म भी बंदा सोचदा है कि मैं कर्म करांगा, माया आवेगी, पैसा आवेगा, फिर टिकांगे। ऐसा पता नहीं किन्ने क बंदियां ने सोचा, किन्ने क बंदे ऐसा कर करके इस दुनिया तो तुर गए, पर सहज नहीं आया। यही सोचते ना कि 4 पैसे होणगे, सुख की जिंदगी जीवांगे। बहुत सारे लोगों को 4 नहीं, करोड़ों रुपया है बहुत लोगों को, पर सहज नहीं है, सहज नहीं है। इसलिए सतगुरु कहंदे कर्म कांडां नाल सहज नहीं दे आउंदा। इसे करके गुरु साहब ने कहा अवर काज तेरा किते ना काम। उन्होंने काम नूं नहीं कहा कि काम तेरे किसे काम नहीं। सतगुरु कहंदे जिहड़ी तू सोच सोची बैठा है ना कि इस कर्म नूं करन नाल सुख मिलेगा, सतगुरु कहंदे ये काम तेरे किसे काम नहीं। इसलिए सहज इवें नहीं आउंदा।
ਗੁਰੂ ਦੀ ਕਿਰਪਾ ਨਾਲ ਸਹਿਜ ਆਉਂਦਾ ਹੈ। ਕਰਨ ਕਰਾਵਨ ਸਰਨ ਪਰਿਆ। ਜਦੋਂ ਅਸੀਂ ਸਭ ਕੁਝ ਕਰਨ ਕਰਾਵਨ ਹਾਰ ਵਾਹਿਗੁਰੂ ਦੀ ਸ਼ਰਨ ਪੈ ਜਾਂਦੇ ਹਾਂ, ਗੁਰੂ ਦੀ ਸ਼ਰਨ ਆ ਪੈਂਦੇ ਹਾਂ, ਜਿਸ ਦਿਨ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਗੁਰੂ ਤੋਂ ਬਿਨਾਂ ਕੁਝ ਹੋਰ ਹੈ ਹੀ ਨਹੀਂ, ਜਿਸ ਦਿਨ ਸਾਨੂੰ ਸੱਚ ਦਿਸ ਪੈਂਦਾ ਹੈ, ਜਿਸ ਦਿਨ ਸਾਨੂੰ ਸੱਚ ਦਿਸ ਪੈਂਦਾ ਹੈ, ਉਸ ਦਿਨ ਗੱਲ ਬਣਦੀ ਹੈ। ਜਦ ਤੱਕ ਅੱਖਾਂ ਦੇ ਉੱਤੋਂ ਭਰਮ ਦਾ ਪਰਦਾ ਨਹੀਂ ਚੁੱਕਿਆ ਜਾਂਦਾ। ਇਸ ਲਈ ਬਹੁਤ ਅਵਸਰ ਮਿਲਦੇ ਨੇ ਸਾਨੂੰ ਭਰਮ ਦਾ ਪਰਦਾ ਚੁੱਕਣ ਦੇ। ਅੱਜ ਭਲਕੇ ਵੀ ਸਾਡੇ ਜੀਵਨ ਵਿੱਚ ਘਟਨਾ ਵਾਪਰੀ ਹੈ ਜੋ ਤੁਸੀਂ ਸਭ ਨੇ ਦੇਖੀ ਹੈ ਕਿ ਕਿਸੇ ਨੌਜਵਾਨ ਨੂੰ ਮਾਰ ਦਿੱਤਾ ਗਿਆ, ਪਰ ਸਾਡੀਆਂ ਅੱਖਾਂ ਤੋਂ ਕੀ ਭਰਮ ਦਾ ਪਰਦਾ ਫਿਰ ਵੀ ਚੁੱਕਿਆ ਗਿਆ? ਨਹੀਂ। ਬਸ ਠੀਕ ਹੈ, 2-4 ਦਿਨ ਹੈ, ਲੋਕ ਭੁੱਲ ਜਾਣਗੇ। ਭੁੱਲਣਾ ਸ਼ੁਰੂ ਹੋ ਹੀ ਗਏ ਨੇ, ਬਸ ਖਤਮ ਕਹਾਣੀ। ਕੌਣ ਚੇਤੇ ਰੱਖਦਾ ਹੈ? ਕਿਉਂਕਿ ਉਹਨੂੰ ਚੇਤੇ ਕਰੋਗੇ ਤੇ ਆਪਣੀ ਮੌਤ ਦਾ ਖਿਆਲ ਆਏਗਾ। ਇਸ ਲਈ ਜਿੰਨੀ ਛੇਤੀ ਭੁੱਲ ਜਾਓ ਉਨਾ ਹੀ ਚੰਗਾ। ਇਸ ਕਰਕੇ 2-4 ਦਿਨ ਸੋਸ਼ਲ ਮੀਡੀਆ ਤੇ ਇੱਧਰ ਉੱਧਰ ਖਬਰਾਂ ਮਿਲਣਗੀਆਂ ਤੁਹਾਨੂੰ ਸੁਣਨ ਪੜ੍ਹਨ ਨੂੰ, ਬਸ ਖਤਮ ਕਹਾਣੀ। ਫਿਰ ਕੋਈ ਨਵੀਂ ਗੱਲ ਆ ਜਾਏਗੀ, ਉਹਦੇ ਮਗਰ ਲੋਕ ਹੋ ਤੁਰਨਗੇ। ਕਿਉਂਕਿ ਮੌਤ ਦੀ ਗੱਲ ਨੂੰ ਜਿੰਨੀ ਛੇਤੀ ਲੋਕ ਭੁੱਲ ਜਾਣ, ਇਹ ਉਹਦੇ ਵਿੱਚ ਹੀ ਭਲਾ ਸਮਝਦੇ ਨੇ ਕਿ ਇਹਨੂੰ ਭੁਲਾਓ ਛੇਤੀ ਤੋਂ ਛੇਤੀ, ਕਿਉਂਕਿ ਇਹਨੂੰ ਭੁੱਲ ਚੇਤੇ ਰੱਖਾਂਗੇ ਤਾਂ ਆਪਣੀ ਮੌਤ ਦਾ ਖਿਆਲ ਬਾਰ-ਬਾਰ ਆਏਗਾ ਕਿ ਉਹ ਮਰ ਗਿਆ, ਅਸੀਂ ਵੀ ਮਰਾਂਗੇ। ਇਸ ਲਈ ਜਵਾਨ ਆਦਮੀ ਦਾ ਜ਼ਿਆਦਾ ਦੁੱਖ ਲੱਗਦਾ ਹੈ ਕਿ ਜੀ ਉਹ ਤਾਂ ਹਾਲੇ ਜਵਾਨ ਸੀ, ਹਾਲੇ ਵਿਆਹ ਵੀ ਨਹੀਂ ਹੋਇਆ ਸੀ, ਹਾਲੇ ਕੁਝ ਵੀ ਨਹੀਂ ਸੀ। ਜੇ ਬੁੱਢਾ ਹੁੰਦਾ ਤੇ ਸ਼ਾਇਦ ਅਸੀਂ ਬਹੁਤਾ ਲੋਕ ਅਫਸੋਸ ਵੀ ਨਾ ਕਰਦੇ ਕਿ ਚਲੋ ਜੀ ਖਾ ਖੱਟ ਕੇ ਗਿਆ। ਅਸੀਂ ਛੇਤੀ ਤੋਂ ਛੇਤੀ ਭੁਲਾਵਾਂਗੇ ਉਹਨੂੰ, ਛੇਤੀ ਤੋਂ ਛੇਤੀ ਵਿਸਾਰਦੇ ਹਾਂ। ਲੋਕ ਕਹਿੰਦੇ ਨੇ ਜੀ ਮੂਵ ਔਨ, ਅਗਾਂਹ ਵਧੋ, ਛੱਡੋ ਜੋ ਬੀਤ ਗਿਆ ਸੋ ਬੀਤ ਗਿਆ। ਕਿਉਂਕਿ ਉਸ ਨੂੰ ਪਕੜ ਕੇ ਬੈਠੋਗੇ ਤਾਂ ਮੌਤ ਦਾ ਖਿਆਲ ਆਵੇਗਾ ਕਿ ਮੇਰੀ ਵਾਰੀ ਵੀ ਆਉਣ ਵਾਲੀ ਹੈ। ਇਸ ਲਈ ਲੋਕ ਵਿਸਾਰਦੇ ਨੇ, ਮੌਤ ਦਾ ਨਾਮ ਨਹੀਂ ਲੈਂਦੇ। ਪਰ ਅਸੀਂ ਲੋਕ ਦੇਖ ਕੇ ਵੀ ਸਮਝਦੇ ਨਹੀਂ ਕਿ ਸਾਡੀ ਵਾਰੀ ਵੀ ਆਵੇਗੀ, ਅਸੀਂ ਵੀ ਜਾਵਾਂਗੇ, ਕਿਸੇ ਬਹਾਨੇ ਨਾਲ ਚਲੇ ਜਾਈਏ। ਜਿਸ ਦਿਨ ਸਾਡੇ ਮਨ ਵਿੱਚੋਂ ਇਹ ਭਰਮ ਮਿਟ ਜਾਂਦਾ ਨਾ ਕਿ ਦੂਸਰਾ ਮਰੇਗਾ, ਜਿਸ ਦਿਨ ਇਹ ਖਿਆਲ ਆ ਜਾਂਦਾ ਹੈ ਕਿ ਮੈਂ ਵੀ ਮਰਾਂਗਾ, ਉਸ ਦਿਨ ਬੰਦਾ ਤੁਰਦਾ ਹੈ ਵਾਹਿਗੁਰੂ ਵਾਲੇ ਪਾਸੇ ਨੂੰ, ਧਰਮ ਵਾਲੇ ਪਾਸੇ ਨੂੰ। ਜਿਸ ਦਿਨ ਮੌਤ ਦਾ ਖਿਆਲ ਆ ਜਾਂਦਾ ਹੈ। ਵੈਸੇ ਇਹ ਲਾਜ਼ਮੀ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਕਿ ਜਿਸ ਦਿਨ ਸਮਝ ਆ ਗਈ ਉਸ ਦਿਨ ਉਹਦੀ ਸ਼ਰਨ ਪੈ ਗਏ, ਉਸ ਦਿਨ ਉਹਦੇ ਚਰਨਾਂ ਨਾਲ ਜੁੜ ਗਏ। ਕਰਨ ਕਰਾਵਨ ਸਰਨ ਪਰਿਆ, ਗੁਰ ਪ੍ਰਸਾਦ ਸਹਿਜ ਕਰ ਪਾਇਆ। ਗੁਰੂ ਦੀ ਕਿਰਪਾ ਨਾਲ ਸਹਿਜ ਮਿਲ ਗਿਆ, ਟਿਕਾ ਆ ਗਿਆ। ਤੇ ਜਿਸ ਦਿਨ ਟਿਕਾ ਆ ਗਿਆ ਉਸ ਦਿਨ ਠੀਕ ਹੈ ਕਿ ਭਾਈ ਹੁਣ ਕੋਈ ਗੱਲ ਨਹੀਂ, ਹੁਣ ਮੌਤ ਕੱਲ ਨੂੰ ਆਉਣੀ ਹੈ, ਹੁਣ ਆ ਜਾਏ ਕੋਈ ਫਰਕ ਨਹੀਂ ਪੈਂਦਾ। ਇਸ ਲਈ ਹੁਣ ਉਹਦਾ ਭਾਣਾ ਮਿੱਠਾ ਹੈ, ਹੁਣ ਉਹਦੀ ਰਜ਼ਾ ਵਿੱਚ ਮੈਂ ਰਾਜ਼ੀ ਹਾਂ। ਜੋ ਕਰੇਗਾ ਉਹ ਚੰਗਾ, ਜਿੱਥੇ ਰੱਖੇਗਾ ਉੱਥੇ ਰਾਜ਼ੀ। ਹੁਣ ਟਿਕਾ ਆ ਗਿਆ, ਹੁਣ ਦੌੜਨੀ ਹੈ, ਹੁਣ ਦੌੜ ਨਹੀਂ। ਬਹੁਤ ਭੱਜ ਲਿਆ ਆਪਾਂ, ਬੜਾ ਭੱਜ ਲਿਆ ਜੀਵਨ ਦੇ ਵਿੱਚ, ਬੜਾ ਕੁਝ ਕਰ ਲਿਆ। ਜੋ ਕੁਝ ਕਰਨਾ ਚਾਹੀਦਾ ਸੀ ਆਪਣੇ ਜੀਵਨ ਵਿੱਚ ਕਰ ਲਿਆ। ਇਸ ਲਈ ਜੀਵਨ ਬਹੁਤਾ ਲੰਬਾ ਨਹੀਂ ਹੋਣਾ ਚਾਹੀਦਾ। ਜੀਵਨ ਭਾਵੇਂ ਛੋਟਾ ਹੋਵੇ ਪਰ ਆਨੰਦ ਨਾਲ ਭਰਿਆ ਹੋਵੇ। ਬਹੁਤੇ ਲੋਕ ਲੰਬੇ ਜੀਵਨ ਵਿੱਚ ਵੀ ਕੁਝ ਨਹੀਂ ਕਰ ਪਾਉਂਦੇ, ਤੇ ਜਿਨ੍ਹਾਂ ਨੇ ਕਰਨਾ ਹੈ ਉਹ ਕੁਝ ਸਮੇਂ ਵਿੱਚ ਹੀ ਕਰਕੇ ਤੁਰ ਜਾਂਦੇ ਨੇ। ਇਸ ਲਈ ਸਤਿਗੁਰੂ ਸਮਝਾਉਂਦੇ ਗੁਰੂ ਦੀ ਕਿਰਪਾ ਨਾਲ ਸਹਿਜ ਹਾਸਲ ਹੋਇਆ, ਤੇ ਜਦੋਂ ਸਹਿਜ ਮਿਲਿਆ ਮਿਟਿਆ ਅੰਧੇਰਾ ਚੰਦ ਚੜਿਆ। ਤਾਂ ਮਨ ਦੇ ਵਿੱਚ ਜੋ ਹਨੇਰਾ ਸੀ ਨਾ ਉਹ ਮਿਟ ਗਿਆ, ਚੰਨ ਚੜ ਗਿਆ। ਹੁਣ ਪਹਿਲਾਂ ਅਮੱਸਿਆ ਦੀ ਰਾਤ ਸੀ, ਪਰ ਹੁਣ ਪੁੰਨਿਆ ਆਈ ਮੇਰੇ ਮਨ ਅੰਦਰ, ਮੇਰੇ ਹਿਰਦੇ ਅੰਦਰ। ਮੱਸਿਆ ਦੀ ਰਾਤ ਵਿੱਚ ਕੀ ਦਿਸਦਾ? ਕੁਛ ਵੀ ਨਹੀਂ, ਅਮਾਵਸ, ਸਾਰੇ ਪਾਸੇ ਘੁੱਪ ਹਨੇਰਾ, ਕੁਛ ਨਜ਼ਰ ਨਹੀਂ ਆਉਂਦਾ। ਪਰ ਜਦੋਂ ਚੰਨ ਚੜ੍ਹਦਾ, ਜਦੋਂ ਪੁੰਨਿਆ ਹੁੰਦੀ ਹੈ ਤਾਂ ਸਾਰੇ ਪਾਸੇ ਚੰਦ ਦੀ ਚਾਨਣੀ ਹੈ, ਸਾਫ਼ ਸਾਫ਼ ਸਭ ਸਪਸ਼ਟ ਨਜ਼ਰ ਆਉਂਦਾ ਹੈ।
सतगुरु कहते ऐसा जान मिटिया अंधेरा चंद चढ़िया, कि हनेरा मिट गया, हुण साफ साफ दिसण लग पिया, सब सच नज़र आ गया हुण। इसलिए सच नज़र आना अत लाजमी आ। इसलिए अपनी अखां अपने कन हमेशा ही खोले रखो। इसका मतलब ये नहीं कि सौना नहीं, कि हमेशा जागृत रहना होश विच, कि असीं अवेसले ना हो जाइए, कि किते ऐसा ना होवे कि वो साडे सामने दी गुजर जावे तो सानू पता ही ना चले, उहदा शब्द साडे कोल वजदा रहे सानू सुनाई ना देवे, ऐसा ना होवे। बहुत दफ़ा ऐसा हुंदा है गुरु साडे सामने मौजूद हुंदा है, सानू दिखाई नहीं दिंदा, उहदा शब्द हर वेले साडे कंन विच गूंज रहा हुंदा है पर सानू सुनदा नहीं। गुरु नानक साहब का वचन है, सतगुरु कहते भौर उस्ताद नित भाख्या बोले। भौर उस्ताद गुरु, गुरु उस्ताद वो साडे कंन विच बोलदा है। जिमें आपां देखदे ना कि भवरा गूं गूं करदा है, वो गुंजार पाउंदा है, सतगुरु कहते वो तेरे कंन विच बोलदा है पर तैनूं सुनाई नहीं दिंदा, क्योंकि तू उलझिया होया होर पासे, तू उलझिया माया दे विच, काम क्रोध विच, इस करके सुनदा नहीं। सानू ओही चीज़ सुनाई दिंदी है जिहदे ते साडा ध्यान होवे, जिहदे ते साडी बिरती होवे, दूसरी गल नहीं सानू सुनदी। तुसीं कदे टेप रिकॉर्डर देखो, वॉइस रिकॉर्डर जिहदे विच साडी वॉइस रिकॉर्ड हो जाती है, तुसीं इत्थे रिकॉर्डिंग ला लो, रिकॉर्डिंग दे विच की होएगा कि उहदे विच सिर्फ मेरी आवाज़ रिकॉर्ड नहीं होवेगी, उहदे विच जिन्नियां भी आवाज़ां आ रही नेड़े तेड़े वो सब रिकॉर्ड होणगियां। पक्खियां दीयां आवाज़ां, कोई आके जरा जा कोई बच्चा बोल पैंदा है, रो पैंदा है, उहदी आवाज़ भी आएगी, बोलण वाले दी आवाज़ भी आएगी, बाहर गड्डियां दे हॉर्न दी भी आवाज़ आएगी, सब आवाज़ां उहदे विच रिकॉर्ड होणगियां। वो एक मशीन है, एक सिस्टम है कि जिहदे विच आवाज़ रिकॉर्ड हुंदी है, इसलिए वो हर आवाज़ नूं पकड़ लैंदा है। पर बंदे दा दिमाग साडा जो वाहिगुरू ने सानू सिस्टम दिता है, जिन्नियां मर्जी आवाज़ां होण साडे आले दुआले, असीं जिहदे ते ध्यान दिंदे हां सानू ओही सुणदा है, सानू दूसरा नहीं सुनाई दिंदा। बहुत दफ़ा ऐसा हुंदा है कि तुसीं किसी बंदे कोल बैठे गल्लां कर रहे हो तो तुसीं देखदे हो कि ये कोई हुंगारा नहीं भरदा मेरी गल दा, तुसीं उहनूं हिला के कहंदे हो कि ध्यान कित्थे तेरा, मैं की कहा दस, उहनूं पता ही नहीं, बैठा कोल है वो कहंदा मैनूं पता ही नहीं तुसीं की कहा, क्योंकि ध्यान किधरे होर लगा है। असीं जिहड़ी गल ते ध्यान दिंदे हां सानूं ओही सुणदी है, दूसरी गल सानूं सुणदी नहीं है, दूसरी गल सानूं सुनाई नहीं दिंदी। हाँ, जे तुहानूं सारियां आवाज़ां सुनाई दिंदियां इधर उधर दियां आले दुआले दियां, तो फिर तुसीं एक टेप रिकॉर्डर तो वध के होर कुछ भी नहीं हो, फिर उहदे तो वध के कुछ भी नहीं, क्योंकि सारा कुछ ही सुनी जाता है, सारा कुछ ही तुहाडे दिमाग में आई जाता है। इसलिए फोकस अपना सिर्फ ते सिर्फ गुरु दे शब्द ते रखना। जदों साडा फोकस साडा ध्यान सिर्फ शब्द ते है, फिर जिन्ना मर्जी शोर शराबा हुंदा होवे कोई फर्क नहीं पैंदा उस नाल, जिन्ना मर्जी रौला पै रहा होवे कोई फर्क नहीं पैंदा, फिर तुहाडी लिव लगी रहिंदी शब्द नाल, फिर तुहानूं साफ साफ सुनाई दिंदा है कि की गल हो रही है। इसलिए सतगुरु समझाउंदे, सतगुरु कहंदे जिस दिन सहज आ जाता है जीवन विच, उस दिन सब साफ साफ नज़र आउण लग जाता है, उस दिन सब साफ साफ सुनाई देण लग जाता है, अखां भी खुल जांदियां ने, कंन भी खुल जाते हैं, गुरु का शब्द भी सुनाई दिंदा है ते गुरु का दर्शन भी हुंदा है। मिटिया अंधेरा चंद चढ़िया, चंद चढ़ गया जदों हनेरा मिटिया। इसलिए सतगुरु समझाउंदे मन दा हनेरा इस नूं मिटाउण दा निरंतर यतन कर, अपने तरफों यतन करना ही पैना। ऐसा नहीं है कि एक बारी असी कोशिश की तो चलो बस गल खत्म, निरंतर सानू इहदे लई अभ्यास करना पैंदा है, निरंतर। जिमें सानू अपने घर दे विच रोज़ झाड़ू पोचा करना पैंदा है, रोज़। कोई बंदा तुहानू कहे कि भाई कल तो हले झाड़ू लाया सी, जां इन्ने सालों तो ला रहे हैं, छड्डो परां हुण की करना झाड़ू ला के,
कई साल तो हो गए झाड़ू लाने, जिस दिन का घर बनाया उस दिन का झाड़ू पोचे करते आ रहे हैं, बहुत हो गया, बस करो हुण। तुसीं की जवाब दोगे उन्होंने? तुसीं कहोगे कि भाई कि दरवाजे खिड़कियां रोज़ खुलते हैं, धूड़ मिट्टी उड़ती है, हवा नाल आउंदी है, इसलिए रोज़ सफाई करनी जरूरी होंदी है। बस ऐसा ही साडे मन का हाल है। साडे मन दे विच रोज़ विकार उठते हैं, रोज़ वासनावां दी धूड़ उठती है, रोज़ क्रोध, लोभ, मोह, हंकार रोज़ आके गंद पा जाते हैं साडे मन अंदर। इसलिए रोज़ रोज़ बाणी नाल, सिमरन नाल, रोज़ रोज़ गुरु के शब्द नाल, कीर्तन नाल इहदी सफाई करनी जरूरी होंदी है। जिस दिन ही तुसीं छड्ड दिंदे हो उस दिन ही खलारा पै जांदा है। इसलिए उन्होंने कंटीन्यू रखना जरूरी होंदा है। उन्नी देर तक जिन्नी देर तक उहदे नाल मेल नहीं हो जाता, उहदे नाल सांझ नहीं पै जाती, वो लाजमी है। इस करके सतगुरु समझाउंदे कि सहज विच ऐसा वापरदा है, सहज विच। इसलिए इस मन नूं वापस मोड़ लियावो, ध्यान रखना। हुण जदों भी तुसीं बाणी पढ़ो, जदों भी तुसीं सिमरन करो, कथा कीर्तन सुनो, तो जदों भी तुहानूं ये चेता आ जाए ना कि मन ते भज गया बाहर, फिर इनू मोड़ लियावो। होश विच रखना अपने आप नूं। जदों भी ख्याल आवे कि मन बाहर गया, फिर मोड़ो, बार बार मोड़ो। बाणी पढ़दे आ मन दौड़ गया, फिर वापस लियावो। जदों चेता आ जाए उदों ही वापस लियावो। इसलिए जदों मन नूं बार बार तुसीं मोड़ लियावोगे, फिर हौली हौली गल बनेगी। इस करके सतगुरु कहंदे गुरु की रहमत होई, गुरु की बख्शिश होई। जदों तुसीं मोड़ लिया, मन नूं टिका लिया, तां उहदी रहमत हो जानी। साडा काम सिर्फ ते सिर्फ टिका के अपने आप नूं गुरु दे दर बहना है, बस। सिर्फ इन्ना काम है साडा, होर साडा कोई बहुता काम नहीं है। गुरु दे दर सिर्फ अपने आप नूं टिकाउणा है, बस। सिर्फ गुरु दे शब्द नाल जोड़ना है, बाकी काम गुरु दा है। जिस दिन असी जुड़े, जिस दिन असी टिके, उस दिन उहदा प्रसाद, उहदी कृपा हो जानी, तो साडे अंदर अज्ञानता बिनस जाएगी, तो ज्ञान का चानण हो जाएगा। सतगुरु कहंदे साधु संग सिखायो नाम। परमेश्वर ने मेरे ते बख्शिश की, उसने साधु दे संग, गुरु दे संग अपना नाम सिखाया। गुरु दे संग ही असीं सिखदे हां, गुरु दे संग बह के ही सानू सोझी आउंदी है। गुरु दे संग बैठे बिना सानू सोझी कित्थे आंदी? गुरु सानू सोझी दिंदा है, क्योंकि गुरु दी प्रेजेंस, गुरु दी मौजूदगी ते गुरु दी सिक्ख्या, गुरु दा शब्द, ये दोनों चीज़ां साडे मन ते असर करदियां। तुसीं गुरु नूं हाज़र नाज़र जाणो। जदों तुसीं समझोगे कि प्रतੱਖ गुरु साडे सामने बैठा है, फिर गुरु दा शब्द सहजे ही साडे मन विच प्रवेश कर जांदा है, सहजे। जदों असीं गुरु दी मौजूदगी नूं नहीं जाणदे, गुरु दी प्रेजेंस नूं नहीं समझदे, उदों जिन्ना मर्जी असीं कथा कीर्तन सुणदे रहीए, कोई बहुता फर्क पैंदा ही नहीं साडे उत्ते। साडे मन ते कोई असर ही नहीं हुंदा। जिवें क्लास विच जदों टीचर मौजूद ना होवे तां बच्चे शोर शराबा करदे ही ने, मन साडा ऐसा ही है। जदों ही टीचर क्लास विच पहुंच जांदा है तां सारे आपो अपनी थां ते टिक के बह जांदे ने। इसलिए उहदी प्रेजेंस जरूरी हुंदी। जदों तुसीं गुरु दी प्रेजेंस नूं जाणोगे तां मन दौड़ेगा ही नहीं, मन भजेगा ही नहीं बाहर, मन स्थिर होएगा फिर। इसलिए गुरु दे संग बैठ के असीं सिखदे हां। गुरु दसदा है कि सास सास सिमरना किवें है, गुरु दसदा है कि उस वाहिगुरू नाल जुड़ना किवें है, गुरु दसदा है कि उहदे राह ते तुरना किवें है। इसलिए साधु संग सिखायो नाम, सर्व मनोरथ पूरन काम। जदों असीं सिख जांदे हां, जदों असीं समझ जांदे हां, तदों मनोरथ पूरे हुंदे ने। साडी कहानी उल्टी है, असीं दुनियावी चीज़ां नूं तां समझ लैंदे हां, पर धर्म के मामले विच असीं लोग छेती समझदे नहीं।
ਦੁਨਿਆਵੀ ਮਾਮਲੇ ਵਿੱਚ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਸੇ ਆਦਮੀ ਨੂੰ ਕਿਸੇ ਰੁਤਬੇ ਤੱਕ, ਕਿਸੇ ਪੋਜੀਸ਼ਨ ਤੱਕ ਪਹੁੰਚਣ ਲਈ ਕੁਝ ਸਮਾਂ ਲੱਗਦਾ, ਉੱਥੇ ਕੁਝ ਸਮਾਂ ਲੱਗਦਾ। ਇਹ ਨਹੀਂ ਹੈ ਕਿ ਪਲ ਵਿੱਚ ਹੀ ਉਹ ਡਿਗਰੀ ਹਾਸਲ ਕਰ ਲੈਂਦਾ। ਕੋਈ ਡਿਗਰੀ ਹਾਸਲ ਕਰਨ ਲਈ, ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਲਈ 15 ਸਾਲ ਲੱਗਦੇ ਨੇ ਘੱਟ ਤੋਂ ਘੱਟ। 15 ਸਾਲ ਬਾਅਦ ਕੋਈ ਬੱਚਾ ਗ੍ਰੈਜੂਏਟ ਹੁੰਦਾ, ਉਸ ਤੋਂ ਬਾਅਦ ਉਹ ਪੋਸਟ ਗ੍ਰੈਜੂਏਟ ਹੋਏਗਾ, 2 ਸਾਲ ਹੋਰ ਲੱਗਣਗੇ। ਫਿਰ ਜੇ ਉਹ PhD ਕਰਨਾ ਚਾਹੇਗਾ 2-3 ਸਾਲ ਫਿਰ ਗਏ। ਲਗਭਗ 20 ਸਾਲ ਦੇ ਬਾਅਦ ਜਾ ਕੇ ਕੋਈ ਬੱਚਾ ਕਿਸੇ ਰੁਤਬੇ ਤੇ ਪਹੁੰਚਦਾ, ਜਾ ਕਿਸੇ ਮੁਕਾਮ ਤੇ ਕੋਈ ਡਿਗਰੀ ਹਾਸਲ ਕਰਦਾ। ਪਰ ਧਰਮ ਦੇ ਮਾਮਲੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਮੈਂ ਹੁਣ ਸਿਮਰਨ ਕੀਤਾ ਤੇ ਹੁਣੇ ਮੈਨੂੰ ਬ੍ਰਹਮ ਗਿਆਨ ਹੋ ਜਾਏ। ਇੰਜ ਨਹੀਂ, ਇੰਨੀ ਛੇਤੀ ਨਹੀਂ। ਥੋੜਾ ਸਬਰ, ਜਿੰਨਾ ਸਬਰ ਨਾਲ ਭਰਾਂਗੇ ਉਨੀ ਹੀ ਗੱਲ ਬਣੇਗੀ। ਇਸ ਲਈ ਜੋ ਸਿੱਖਿਆ ਜਾਂਦਾ, ਸਿਖਾਇਆ ਜਾਂਦਾ ਸਕੂਲ ਵਿੱਚ, ਕਾਲਜ ਵਿੱਚ, ਯੂਨੀਵਰਸਿਟੀ ਵਿੱਚ, ਉਸ ਸਿੱਖੇ ਹੋਏ ਨੂੰ ਬੱਚਾ ਆਪਣੇ ਜੀਵਨ ਦੇ ਵਿੱਚ ਕਮਾਉਂਦਾ ਹੈ। ਕਿਸੇ ਬੱਚੇ ਨੇ, ਉਸਨੇ ਕੋਈ MBBS ਕਰੀ ਹੈ, ਮੈਡੀਕਲ ਫੀਲਡ ਵਿੱਚ ਗਿਆ, ਉਹਨੂੰ ਜੋ ਮੈਡੀਕਲ ਕਾਲਜ ਵਿੱਚ ਪੜ੍ਹਾਇਆ ਗਿਆ, ਉਸਨੇ ਉਸ ਪੜ੍ਹੇ ਹੋਏ ਨੂੰ ਕਿਸੇ ਹਸਪੀਟਲ ਵਿੱਚ ਜਾ ਕੇ ਉਹਦੀ ਪ੍ਰੈਕਟਿਸ ਕਰੀ, ਉਸ ਨੂੰ ਕਮਾਇਆ, ਤੇ ਫਿਰ ਉਹ ਇੱਕ ਬਹੁਤ ਵੱਡਾ ਸਰਜਨ, ਕੋਈ ਡਾਕਟਰ, ਕੋਈ ਕੁਛ ਨਾ ਕੁਛ ਹੋ ਗਿਆ। ਬਿਲਕੁਲ ਐਸਾ ਹੀ ਜੋ ਅਸੀਂ ਇੱਥੋਂ ਸਿੱਖਦੇ ਹਾਂ, ਇੱਥੋਂ ਸਿੱਖ ਕੇ ਅਸੀਂ ਇਹਨੂੰ ਆਪਣੇ ਘਰ ਜਾ ਕੇ ਕਮਾਉਣਾ ਹੁੰਦਾ ਹੈ। ਜੋ ਅਸੀਂ ਗੁਰੂ ਦਾ ਸ਼ਬਦ ਸੁਣਿਆ, ਕੀਰਤਨ ਰਾਹੀਂ, ਕਥਾ ਰਾਹੀਂ, ਗੁਰੂ ਦੇ ਪਾਠ ਰਾਹੀਂ, ਉਸ ਨੂੰ ਅਸੀਂ ਘਰ ਬਹਿ ਕੇ ਕਮਾਉਣਾ ਹੈ। ਫਿਰ ਅਸੀਂ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੇ ਹਾਂ। ਇਸ ਲਈ ਸਤਿਗੁਰੂ ਕਹਿੰਦੇ ਗੁਰੂ ਨੇ ਤਾਂ ਸਿਖਾ ਦਿੱਤਾ, ਤੇ ਹੁਣ ਸਾਡਾ ਕੰਮ ਹੈ ਉਹਨੂੰ ਸਿੱਖਣਾ, ਉਹਨੂੰ ਸਮਝਣਾ। ਤੇ ਜਦੋਂ ਸਿੱਖ ਜਾਂਦੇ ਆ ਤਾਂ ਮਨੋਰਥ ਪੂਰੇ ਹੋ ਜਾਂਦੇ ਨੇ। ਜਦੋਂ ਉਹ ਬੱਚਾ ਕਿਸੇ ਰੁਤਬੇ ਤੇ ਪਹੁੰਚ ਜਾਂਦਾ ਹੈ, ਕਿਸੇ ਮੁਕਾਮ ਤੇ ਪਹੁੰਚ ਜਾਂਦਾ ਹੈ, ਤਾਂ ਉਹ ਜੋ ਚਾਹੁੰਦਾ ਹੈ ਉਹ ਹਾਸਲ ਕਰ ਲੈਂਦਾ ਹੈ। ਉਹ ਕਮਾਈ ਕਰਦਾ ਹੈ, ਜੋ ਹਾਸਲ ਕਰਨਾ ਚਾਹੁੰਦਾ ਹੈ ਕਰ ਲੈਂਦਾ ਹੈ। ਘਰ ਬਣਾਉਣਾ ਚਾਹੁੰਦਾ ਹੈ ਘਰ ਬਣਾ ਲੈਂਦਾ ਹੈ, ਗੱਡੀ ਖਰੀਦਣੀ ਚਾਹੁੰਦਾ ਹੈ ਗੱਡੀ ਖਰੀਦ ਲੈਂਦਾ ਹੈ। ਸਾਰੇ ਮਨੋਰਥ ਪੂਰੇ ਹੋ ਜਾਂਦੇ। ਬਿਲਕੁਲ ਐਸਾ ਹੀ ਜਦੋਂ ਅਸੀਂ ਗੁਰੂ ਦੇ ਸਿਖਾਏ ਤੇ ਚੱਲ ਪੈਂਦੇ ਹਾਂ ਤਾਂ ਸਗਲ ਮਨੋਰਥ ਪੂਰੇ ਹੋ ਜਾਂਦੇ ਨੇ। ਸਰਬ ਮਨੋਰਥ ਪੂਰਨ ਕਾਮ, ਸਭ ਕਾਮਨਾਵਾਂ ਪੂਰੀਆਂ ਹੋ ਗਈਆਂ। ਬੁਝ ਗਈ ਤ੍ਰਿਸ਼ਨਾ ਹਰ ਜਸ ਹੈ ਅਗਾਨੇ। ਸਤਿਗੁਰੂ ਕਹਿੰਦੇ ਤ੍ਰਿਸ਼ਨਾ ਬੁਝ ਗਈ। ਤ੍ਰਿਸ਼ਨਾ, ਜੋ ਮਨ ਦੀ ਤ੍ਰਿਸ਼ਨਾ ਸੀ ਨਾ, ਮਨ ਨੂੰ ਹਰ ਵੇਲੇ ਦੌੜ ਲੱਗੀ ਰਹਿੰਦੀ ਸੀ, ਆਹ ਵੀ ਮਿਲ ਜਾਏ, ਉਹ ਵੀ ਮਿਲ ਜਾਏ, ਆਹ ਵੀ ਮੇਰੇ ਘਰ ਆ ਜਾਏ, ਉਹ ਵੀ ਆ ਜਾਏ। ਸਤਿਗੁਰੂ ਕਹਿੰਦੇ ਤ੍ਰਿਸ਼ਨਾ ਬੁਝ ਗਈ। ਇਹ ਤ੍ਰਿਸ਼ਨਾ ਦੀ ਅੱਗ ਜਿਹਦੇ ਵਿੱਚ ਤੜਫ ਰਹੇ ਸਾਂ, ਸੜ ਰਹੇ ਸਾਂ, ਇਹ ਮਿਟ ਗਈ ਹੁਣ। ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੇ। ਵਾਹਿਗੁਰੂ ਦੇ ਜਸ ਰਾਹੀਂ, ਉਸ ਪਰਮੇਸ਼ਰ ਦੇ ਸਿਮਰਨ ਰਾਹੀਂ, ਉਹਦੀ ਸਿਫਤ ਸਲਾਹ ਰਾਹੀਂ ਰੱਜ ਗਏ, ਅਗਾਨੇ, ਤ੍ਰਿਪਤ ਹੋ ਗਏ। ਉਹਦਾ ਜਸ ਕਰਦਿਆਂ ਹੀ ਤ੍ਰਿਪਤ ਹੋ ਜਾਈਦਾ, ਉਹਦੀ ਸਿਫਤ ਸਲਾਹ ਕਰਦਿਆਂ ਹੀ ਰੱਜ ਜਾਈਦਾ। ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਇਹ ਖਿਆਲ ਰੱਖਣਾ ਕਿ ਕਈ ਦਫਾ ਜਦੋਂ ਤੁਸੀਂ ਜੁੜਨ ਲੱਗਦੇ ਹੋ ਨਾ, ਸਿਮਰਨ ਕਰਦਿਆਂ ਕਰਦਿਆਂ, ਪਾਠ ਕਰਦਿਆਂ ਜਾਂ ਸੁਣਦਿਆਂ, ਕੀਰਤਨ ਸੁਣਦਿਆਂ, ਇੰਜ ਲੱਗਦਾ ਕਿ ਭੁੱਖ ਲੱਗ ਗਈ ਬਹੁਤ। ਸਾਨੂੰ ਲੱਗਦਾ ਕਿਉਂਕਿ ਅਸੀਂ ਭੁੱਖ ਸਮਝਦੇ ਹਾਂ ਕਿ ਖਾਣ ਦੀ ਗੱਲ ਹੈ, ਬਸ ਸਾਨੂੰ ਲੱਗਦਾ ਕਿ ਭੁੱਖ ਲੱਗੀ। ਜਦੋਂ ਭੁੱਖ ਦਾ ਖਿਆਲ ਹੁੰਦਾ ਸਾਡਾ ਧਿਆਨ ਸਿਰਫ ਖਾਣ ਦੇ ਉੱਤੇ ਜਾਂਦਾ, ਜਿਹੜੀ ਚੀਜ਼ ਸਾਨੂੰ ਚੰਗੀ ਲੱਗਦੀ। ਸਾਡੇ ਮਨ ਅੰਦਰ ਫੁਰਨਾ ਉੱਠਦਾ ਕਿ ਭੁੱਖ ਲੱਗੀ ਆ, ਤਾਂ ਸਾਡਾ ਉਸੇ ਵੇਲੇ ਧਿਆਨ ਖਾਣ ਵੱਲ ਨੂੰ ਜਾਂਦਾ। ਇਸ ਲਈ ਖਿਆਲ ਰੱਖਣਾ, ਜਦੋਂ ਤੁਹਾਨੂੰ ਸਿਮਰਨ ਕਰਦਿਆਂ, ਸੇਵਾ ਕਰਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਸੁਣਦਿਆਂ, ਕਥਾ ਸੁਣਦਿਆਂ ਇਹ ਖਿਆਲ ਆਵੇ ਨਾ ਕਿ ਭੁੱਖ ਲੱਗੀ ਹੈ, ਤਾਂ ਰੋਟੀ ਵਾਲੇ ਪਾਸੇ ਨੂੰ ਆਪਣਾ ਧਿਆਨ ਨਾ ਲੈ ਕੇ ਜਾਇਓ। ਜੇ ਤੁਹਾਡੇ ਧਿਆਨ ਵਿੱਚ ਖਾਣ ਦੀ ਚੀਜ਼ ਆ ਗਈ ਤਾਂ ਤੁਸੀਂ ਖਾਣ ਦੀਆਂ ਚੀਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਓਗੇ, ਇਸ ਤੋਂ ਵੱਧ ਨਹੀਂ ਸਕੋਗੇ ਅੱਗੇ। ਉੱਥੇ ਭੁੱਖ ਕਿਸੇ ਹੋਰ ਚੀਜ਼ ਦੀ ਹੈ। ਮਨ ਸਿਰਫ ਭੁੱਖ ਦਾ ਮਤਲਬ ਸਮਝਦਾ ਖਾਣਾ, ਬਸ। ਮਨ ਨੂੰ ਇਸ ਤੋਂ ਵੱਧ ਹੋਰ ਪਤਾ ਨਹੀਂ ਹੈ। ਭੁੱਖ ਮਤਲਬ ਖਾਣਾ ਨਹੀਂ। ਅਧਿਆਤਮ ਵਿੱਚ ਇਹਦਾ ਮਤਲਬ ਕੁਝ ਹੋਰ ਹੈ। ਸਿਮਰਨ ਕਰਦਿਆਂ ਤੁਹਾਨੂੰ ਭੁੱਖ ਲੱਗੇ ਤਾਂ ਆਪਣੇ ਆਪ ਨੂੰ ਵਾਹਿਗੁਰੂ ਦੇ ਨਾਮ ਵਾਲੇ ਪਾਸੇ ਹੋਰ ਲਾਉਣਾ ਜ਼ੋਰ ਨਾਲ।
ਉਹ ਅਸਲ ਵਿੱਚ ਭੁੱਖ ਪਰਮੇਸ਼ਰ ਦੀ ਪੈਦਾ ਹੋ ਰਹੀ ਹੈ। ਮਨ ਨੂੰ ਉਸ ਦੀ ਸਮਝ ਨਹੀਂ ਆਉਂਦੀ, ਉਹਨੂੰ ਲੱਗਦਾ ਕਿ ਪੇਟ ਦੀ ਭੁੱਖ ਹੈ, ਉਹਨੂੰ ਪੇਟ ਦੀ ਭੁੱਖ ਲੱਗ ਜਾਂਦੀ ਹੈ। ਇਸ ਲਈ ਖਿਆਲ ਰੱਖਣਾ ਕਿ ਜਦੋਂ ਭੁੱਖ ਲੱਗੇ ਤਾਂ ਖਿਆਲ ਆਪਣਾ ਸਿਮਰਨ ਵਾਲੇ ਪਾਸੇ ਨੂੰ ਲਾਉਣਾ। ਕਈ ਵਾਰੀ ਐਸਾ ਹੁੰਦਾ ਹੈ ਕਿ ਅਸੀਂ ਲੋਕ ਵਿੱਚੇ ਹੀ ਪਾਠ ਕਰਦੇ ਹਾਂ, ਕੀਰਤਨ ਹੁੰਦਾ ਇੱਕ ਪਾਸੇ, ਵਿੱਚੇ ਪਾਣੀ ਪੀਣ ਲੱਗ ਜਾਂਦੇ ਆ, ਵਿੱਚੇ ਕੁਝ ਹੋਰ ਪੀਣ ਲੱਗ ਜਾਂਦੇ ਆ, ਅਤੇ ਉਹਦੇ ਨਾਲ ਉਹ ਗੱਲ ਨਹੀਂ ਬਣਦੀ। ਇੱਕ ਤਾਂ ਅਸੀਂ ਬਾਣੀ ਦੀ ਬੇਅਦਬੀ ਕਰਦੇ ਹਾਂ, ਸਿਮਰਨ ਦੀ, ਜੋ ਗੁਰੂ ਦੇ ਦਰਬਾਰ ਵਿੱਚ ਕੀਰਤਨ ਦੀ ਬੇਅਦਬੀ ਕਰਦੇ ਹਾਂ। ਦੂਸਰਾ, ਸਾਡਾ ਧਿਆਨ ਵੀ ਟੁੱਟ ਜਾਂਦਾ ਫਿਰ। ਇਸ ਲਈ ਜੁੜਦੇ ਜੁੜਦੇ ਅਸੀਂ ਲੋਕ ਰਹਿ ਜਾਂਦੇ ਹਾਂ, ਬਸ ਜੁੜਨ ਹੀ ਵਾਲੇ ਸਾਂ ਕਿ ਅਸੀਂ ਟੁੱਟ ਗਏ। ਇਸ ਲਈ ਐਸੀ ਭੁੱਲ ਨਾ ਕਰਨਾ। ਸਤਿਗੁਰੂ ਕਹਿੰਦੇ ਉਹਦੀ ਸਿਫਤ ਸਲਾਹ ਨਾਲ ਰੱਜਣਾ, ਨਾ ਕਿ ਰੋਟੀਆਂ ਨਾਲ। ਰੋਟੀਆਂ ਤਾਂ ਕਈ ਸਾਲਾਂ ਤੋਂ ਖਾਂਦੇ ਆ ਰਹੇ, ਰੱਜੇ ਆ? ਨਹੀਂ ਰੱਜੇ ਨਾ। ਬਹੁਤ ਸਾਰੀਆਂ ਚੀਜ਼ਾਂ ਕਦੋਂ ਤੋਂ ਹਾਸਲ ਕਰਦੇ ਆ ਰਹੇ ਆ, ਤ੍ਰਿਪਤੀ ਮਿਲੀ ਹੈ? ਨਹੀਂ ਮਿਲੀ ਨਾ। ਇਸ ਲਈ ਗੁਰੂ ਦੇ ਦਰ ਬੈਠਿਆਂ ਜੇ ਭੁੱਖ ਲੱਗੇ ਤਾਂ ਉਸ ਭੁੱਖ ਨੂੰ ਪਰਮੇਸ਼ਰ ਦੇ ਨਾਮ ਵਾਲੇ ਪਾਸੇ ਜੋੜਨਾ, ਉਧਰ ਨੂੰ ਲਾਉਣਾ। ਉਹਦੀ ਸਿਫਤ ਸਲਾਹ ਦੀ ਭੁੱਖ ਲੱਗੇ, ਉਹਦੀ ਸਿਫਤ ਸਲਾਹ ਵਿੱਚ ਹੋਰ ਜੋੜਨਾ ਆਪਣੇ ਆਪ ਨੂੰ, ਤਾਂ ਤ੍ਰਿਪਤੀ ਆਵੇਗੀ, ਤਾਂ ਰੱਜ ਆਵੇਗਾ। ਜਪ ਜਪ ਜੀਵਾਂ ਸਾਰੰਗ ਪਾਨੇ। ਸਤਿਗੁਰੂ ਕਹਿੰਦੇ ਮੈਂ ਉਹਨੂੰ ਜਪ ਜਪ ਕੇ ਜਿਉਂਦਾ ਵਾਂ। ਉਸ ਨੂੰ ਜਪ ਜਪ ਕੇ, ਉਹਨੂੰ ਜਪ ਜਪ ਕੇ ਹੀ ਫਿਰ ਜੀਣ, ਇਹੀ ਖੁਰਾਕ ਹੋ ਜਾਵੇਗੀ ਫਿਰ। ਇਹੀ ਕਾਰਨ ਹੈ ਕਿ ਭਗਤ ਰੋਟੀ ਤੋਂ ਬਿਨਾਂ ਤਾਂ ਰਹਿ ਲੈਂਦਾ, ਪਰ ਉਹ ਸਿਮਰਨ ਤੋਂ ਬਿਨਾਂ ਨਹੀਂ ਰਹਿੰਦਾ। ਉਹ ਸਿਮਰਨ ਤੋਂ ਬਿਨਾਂ ਨਹੀਂ ਰਹਿੰਦਾ। ਤੇ ਜਦੋਂ ਉਹਦੇ ਕੋਲ ਨਹੀਂ ਹੁੰਦਾ ਤੇ ਐਸਾ ਵੀ ਨਹੀਂ ਹੈ ਕਿ ਉਹ ਖਾਂਦਾ ਨਹੀਂ, ਉਹ ਮੰਗ ਲੈਂਦਾ। ਉਹ ਪਰਮੇਸ਼ਰ ਦੇ ਅੱਗੇ ਹੱਥ ਜੋੜ ਕੇ ਮੰਗ ਲੈਂਦਾ ਕਿ ਦਾਲ ਸੀਧਾ ਮੰਗੋ ਕਿ ਉਹ ਹਮਾਰਾ ਖੁਸ਼ੀ ਕਰੇ ਸਦਨੀ ਨਿਤ ਜੀਓ। ਇਸ ਲਈ ਐਸਾ ਪ੍ਰੇਮ ਕਿ ਉਹਦੇ ਨਾਮ ਦੀ ਭੁੱਖ ਲੱਗੇ ਤੇ ਜਦੋਂ ਜ਼ਰੂਰਤ ਹੋਵੇ ਤਾਂ ਦੂਸਰਾ ਵੀ ਮੰਗ ਲੈਣਾ, ਕੋਈ ਇਹਦੇ ਵਿੱਚ ਵੀ ਗਲਤ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਕਰਨ ਕਰਾਵਨ ਸ਼ਰਨ ਪਰਿਆ। ਮੈਂ ਸਭ ਕੁਝ ਕਰਨ ਕਰਾਉਣ ਹਾਰ ਵਾਹਿਗੁਰੂ ਦੀ ਸ਼ਰਨ ਵਿੱਚ ਪਿਆ, ਉਹਨੇ ਮੇਰੇ ਤੇ ਕਿਰਪਾ ਕੀਤੀ। ਗੁਰਪ੍ਰਸਾਦ ਸਹਿਜ ਕਰ ਪਾਇਆ। ਗੁਰੂ ਦੀ ਕਿਰਪਾ ਨਾਲ ਸਹਿਜ ਦਾ ਘਰ ਮਿਲ ਪਿਆ ਮੈਨੂੰ, ਜਿੱਥੇ ਟਿਕਾ ਹੀ ਟਿਕਾ ਹੈ, ਜਿੱਥੇ ਮਨ ਡੋਲਦਾ ਹੀ ਨਹੀਂ, ਮਨ ਹੁਣ ਇੱਧਰ ਉੱਧਰ ਜਾਂਦਾ ਹੀ ਨਹੀਂ, ਭਟਕਦਾ ਹੀ ਨਹੀਂ ਹੈ, ਤ੍ਰਿਪਤ ਹੈ ਹੁਣ ਸ਼ਾਂਤ ਹੈ। ਮਿਟਿਆ ਅੰਧੇਰਾ, ਚੰਦ ਚੜਿਆ। ਹੁਣ ਚੰਦ ਚੜ ਗਿਆ ਤੇ ਹਨੇਰਾ ਮਿਟ ਗਿਆ। ਸਹਿਜ, ਬਿਲਕੁਲ ਸਹਿਜ। ਇਸ ਲਈ ਐਸਾ ਸਹਿਜ ਕਿ ਇਹ ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਡੋਲਦਾ ਨਹੀਂ। ਐਸਾ ਟਿਕਾ ਕਿ ਵੇਖੋ, ਤੁਸੀਂ ਜਰਾ ਕਲਪਨਾ ਕਰਕੇ ਵੇਖੋ ਕਿ ਗੁਰੂ ਅਰਜਨ ਦੇਵ ਮਹਾਰਾਜ ਜਿੱਥੇ ਵਿਰਾਜਦੇ ਨੇ, ਸੰਗਤਾਂ ਨਰਮ ਨਰਮ ਗਧੇਲੇ ਗੁਰੂ ਸਾਹਿਬ ਜੀ ਦੇ ਬੈਠਣ ਵਾਸਤੇ ਵਿਛਾ ਦਿੰਦੀਆਂ। ਸਿੱਖ ਗੁਰੂ ਸਾਹਿਬ ਦੇ ਰਾਹ ਦੇ ਵਿੱਚ ਫੁੱਲ ਵਰਸਾਉਂਦੇ ਨੇ, ਉਹਨਾਂ ਦੇ ਰਾਹ ਵਿੱਚ ਫੁੱਲ ਵਸਾ ਦਿੰਦੇ ਨੇ, ਵਿਛਾ ਦਿੰਦੇ ਨੇ। ਸਤਿਗੁਰੂ ਦੇ ਸੀਸ ਦੇ ਉੱਪਰ ਗੁਰੂ ਕੇ ਸਿੱਖ ਫੁੱਲਾਂ ਦੀ ਵਰਖਾ ਕਰਦੇ ਨੇ। ਪਰ ਗੁਰੂ ਸਹਿਜ ਵਿੱਚ ਹੈ, ਉਹਨਾਂ ਨੂੰ ਫੁੱਲਾਂ ਨਾਲ ਕੋਈ ਮਤਲਬ ਨਹੀਂ, ਉਹਨਾਂ ਨੂੰ ਕੀਮਤੀ ਮਹਿੰਗੇ ਕੱਪੜਿਆਂ ਨਾਲ ਕੋਈ ਮਤਲਬ ਨਹੀਂ, ਮਹਿੰਗੇ ਗਧੇਲਿਆਂ ਨਾਲ ਕੋਈ ਮਤਲਬ ਨਹੀਂ। ਜਿੰਨੇ ਮਰਜ਼ੀ ਮਹਿੰਗੇ ਮੁੱਲ ਦੇ ਗਲੀਚੇ ਉਹਨਾਂ ਦੇ ਚਰਨਾਂ ਵਿੱਚ ਲਿਆ ਕੇ ਵਿਛਾ ਦਿੱਤੇ ਜਾਣ ਗੁਰੂ ਸਾਹਿਬ ਵਿੱਚ। ਪਰ ਜਦੋਂ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਜਾਂਦਾ ਹੈ, ਦੇਗ ਵਿੱਚ ਉਬਾਲ ਦਿੱਤਾ ਜਾਂਦਾ ਹੈ, ਉਹਨਾਂ ਦੇ ਉੱਪਰ ਗਰਮ ਰੇਤ ਪਾ ਦਿੱਤੀ ਜਾਂਦੀ ਹੈ, ਤਾਂ ਵੀ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਦੋਨਾਂ ਅਵਸਥਾਵਾਂ ਵਿੱਚ ਕੋਈ ਫਰਕ ਨਹੀਂ ਪੈਂਦਾ। ਜਦੋਂ ਫੁੱਲਾਂ ਦੀ ਵਰਖਾ ਸੀਸ ਤੇ ਹੁੰਦੀ ਹੈ ਉਦੋਂ ਵੀ ਕੋਈ ਫਰਕ ਨਹੀਂ ਪੈਂਦਾ, ਜਦੋਂ ਗਰਮ ਰੇਤ ਸੀਸ ਤੇ ਪੈਂਦੀ ਹੈ ਉਦੋਂ ਵੀ ਕੋਈ ਫਰਕ ਨਹੀਂ ਪੈਂਦਾ। ਗੁਰੂ ਦੋਨਾਂ ਅਵਸਥਾਵਾਂ ਵਿੱਚ ਇੱਕੋ ਜਿਹਾ ਰਹਿੰਦਾ ਹੈ। ਸਤਿਗੁਰੂ ਕਹਿੰਦੇ ਆਹ ਹੈ ਅਸਲ ਸਹਿਜ। ਇਹ ਸਹਿਜ ਹੈ ਕਿ ਉਹ ਤਪਦਾ ਨਹੀਂ ਕਿਸੇ ਤਰ੍ਹਾਂ ਵੀ। ਚਾਹੇ ਉਹਨਾਂ ਦਾ ਸਕਾ ਭਾਈ ਪ੍ਰਿਥੀਆ ਤਪਾਉਣ ਦੀ ਕੋਸ਼ਿਸ਼ ਕਰੇ, ਉਹ ਤਾਂ ਵੀ ਨਹੀਂ ਤਪਦੇ। ਚਾਹੇ ਕੋਈ ਹੋਰ ਆ ਕੇ ਸੁਲਹੀ ਖਾਨ ਵਰਗਾ ਤਪਾਉਣ ਦੀ ਕੋਸ਼ਿਸ਼ ਕਰੇ, ਉਹ ਤਾਂ ਵੀ ਨਹੀਂ ਤਪਦੇ। ਕੋਈ ਜਹਾਂਗੀਰ ਵਰਗਾ ਤਪਾਉਣ ਦੀ ਕੋਸ਼ਿਸ਼ ਕਰੇ, ਉਹ ਨਹੀਂ ਤਪਦੇ। ਕੋਈ ਚੰਦੂ ਵਰਗਾ ਤਪਾਉਣ ਦੀ ਕੋਸ਼ਿਸ਼ ਕਰੇ, ਉਹ ਨਹੀਂ ਤਪਦੇ। ਤੱਤੀ ਤਵੀ ਤਪਾਉਣ ਦੀ ਕੋਸ਼ਿਸ਼ ਕਰੇ, ਉਹ ਨਹੀਂ ਤਪਦੇ। ਜਿਨ੍ਹਾਂ ਅੰਦਰ ਸਹਿਜ ਹੈ ਉਹਨਾਂ ਨੂੰ ਕੋਈ ਤਪਾ ਨਹੀਂ ਸਕਦਾ। ਸਾਨੂੰ ਕੋਈ ਜਰਾ ਜੀ ਗੱਲ ਕਹਿ ਦੇਵੇ, ਸਾਡੇ ਸੱਤੀ ਕੱਪਣੀ ਅੱਗ ਲੱਗ ਜਾਂਦੀ ਹੈ।
ਸਾਨੂੰ ਕੋਈ जरा ਜਿਹਾ पिंच कर देवे ਸਾਡੇ ਤੋਂ बर्दाश्त नहीं ਹੁੰਦਾ, ਅਸੀਂ गलावा फड़ लेंदे बंदे दा, क्योंकि साडे अंदर हाले हनेरा है, चंद नहीं चढ़िया साडे अंदर, हाले घुप हनेरा, मस्या दी रात है हाले साडे अंदर। गुरु सानू सिखा रहा है कि इंज जीवन जीवीदा है कि तुहानू चीज़ां तपा सकदियां, कोई बंदा तुहानू तपा सकदा है, पर तुसीं तपना नहीं है, तुसीं शांत रहना, ठंडे रहना, तपना नहीं। इसलिए ये सहज आ है। सतगुरु समझाउंदे मिटिया अंधेरा चंद चढ़िया रहाओ, लाल जवेहर भरे भंडार, ਉਹਦੇ ਭੰਡਾਰ ਬੇਅੰਤ ਭਰੇ ਪਏ ਨੇ, ਰਤਨ ਜਵੇਹਰ ਬੇਅੰਤ ਚੀਜ਼ਾਂ ਐਸੀਆਂ ਜਿਨ੍ਹਾਂ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਤੋਟ ਨਾ ਆਵੇ ਜਪ ਨਿਰੰਕਾਰ, ਜਿਹੜਾ ਵਾਹਿਗੁਰੂ ਨੂੰ ਜਪਦਾ, ਸਤਿਗੁਰੂ ਕਹਿੰਦੇ ਉਹਨੂੰ ਤੋਟ ਨਹੀਂ ਆਉਂਦੀ ਕਿਸੇ ਚੀਜ਼ ਦੀ, ਉਹਨੂੰ ਕੋਈ ਕਮੀ ਨਹੀਂ, ਉਹਨੂੰ ਕੋਈ ਤੋਟ ਨਹੀਂ ਵਿਆਪਦੀ। ਤੋਟ ਨਾ ਆਵੇ ਜਪ ਨਿਰੰਕਾਰ, ਅੰਮ੍ਰਿਤ ਸ਼ਬਦ ਪੀਵੇ ਜਨ ਕੋਏ। ਵਾਹਿਗੁਰੂ ਦਾ ਅੰਮ੍ਰਿਤ ਸ਼ਬਦ ਕੋਈ ਵਿਰਲਾ ਵਿਰਲਾ ਪੀਂਦਾ, ਉਹਦਾ ਸ਼ਬਦ ਰੂਪੀ ਅੰਮ੍ਰਿਤ। ਇਸ ਲਈ ਇਹ ਸ਼ਬਦ ਰੂਪੀ ਅੰਮ੍ਰਿਤ ਕੰਨਾਂ ਰਾਹੀਂ ਪੀਤਾ ਜਾਂਦਾ ਹੈ, ਸ਼ਬਦ ਦਾ ਅੰਮ੍ਰਿਤ। ਜਦੋਂ ਤੁਸੀਂ ਸ਼ਬਦ ਦਾ ਪਾਠ ਕਰਦੇ ਹੋ, ਇਹ ਅੱਖਾਂ ਰਾਹੀਂ ਵੀ ਪੀਤਾ ਜਾਂਦਾ ਹੈ। ਉਹਦਾ ਦੀਦਾਰ ਕਰਕੇ, ਜਿਵੇਂ ਜਿਵੇਂ ਤੁਸੀਂ ਪਿਆਰ ਨਾਲ ਸ਼ਬਦ ਨੂੰ ਦੇਖਦੇ ਹੋ, ਜਿਵੇਂ ਜਿਵੇਂ ਤੁਸੀਂ ਪਿਆਰ ਨਾਲ ਸ਼ਬਦ ਨੂੰ ਸੁਣਦੇ ਹੋ, ਆਪਣੇ ਹਿਰਦੇ ਵਿੱਚ ਉਸ ਨੂੰ ਉਤਰਨ ਦਿੰਦੇ ਹੋ, ਉਹਨੂੰ ਹਿਰਦੇ ਵਿੱਚ ਵਸਣ ਦਿੰਦੇ ਹੋ, ਤਾਂ ਗੱਲ ਬਣਦੀ ਹੈ। ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਨਾਨਕ ਤਾਕੀ ਪਰਮਗਤ ਹੋਏ। ਸਤਿਗੁਰੂ ਕਹਿੰਦੇ ਉਹਦੀ ਪਰਮਗਤ ਹੁੰਦੀ, ਉਸ ਨੂੰ ਗਤੀ ਹਾਸਲ ਹੁੰਦੀ, ਪਰਮਗਤ ਉਸੇ ਨੂੰ ਪ੍ਰਾਪਤ ਹੁੰਦੀ। ਇਸ ਲਈ ਗਤ ਤਾਂ ਹੀ ਮਿਲਣੀ ਹੈ ਗੁਰੂ ਦੇ ਸ਼ਬਦ ਨਾਲ ਜੁੜਾਂਗੇ ਤਾਂ। ਇਸ ਲਈ ਸ਼ਬਦ ਨੂੰ ਪੀ ਜਾਵੋ। ਸ਼ਬਦ ਨੂੰ ਪੀਣ ਦਾ ਮਤਲਬ ਇਹ ਨਹੀਂ ਐਸਾ ਵੀ ਇੱਥੇ ਲੋਕ ਕਰਦੇ ਰਹੇ ਨੇ ਤੇ ਅੱਜ ਵੀ ਕਰਦੇ ਨੇ, ਉਹ ਕੋਈ ਸ਼ਬਦ ਤੁਹਾਨੂੰ ਕਾਗਜ਼ ਤੇ ਲਿਖ ਕੇ ਦਿੰਦੇ ਨੇ ਅਤੇ ਉਹਨੂੰ ਆਖਦੇ ਨੇ ਕਿ ਇਹਨੂੰ ਪਾਣੀ ਦੇ ਵਿੱਚ ਘੋਲ ਕੇ ਨਾ ਕਾਗਜ਼ ਨੂੰ ਇਹਨੂੰ ਪੀ ਜਾਓ। ਇਹ ਥੋੜੀ ਨਾ ਹੁੰਦਾ ਪੀਣਾ। ਹੁੰਦਾ ਐਸਾ, ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਤੇ ਮਜ਼ਾਕ ਹੈ, ਨਹੀਂ ਐਸਾ ਹੁੰਦਾ। ਬਹੁਤ ਸਾਰੇ ਪਖੰਡੀ ਸਾਧੂ ਐਸਾ ਕਰਦੇ ਨੇ, ਬਹੁਤ ਸਾਰੇ ਲੋਕ ਐਸਾ ਕਰਦੇ ਨੇ, ਸ਼ਬਦ ਨੂੰ ਘੋਲ ਕੇ ਉਹ ਪੀ ਜਾਂਦੇ ਨੇ। ਉਹਨਾਂ ਨੂੰ ਲੱਗਦਾ ਕਿ ਸ਼ਬਦ ਪੀ ਲਿਆ ਤੇ ਹੁਣ ਸਾਡਾ ਦੁੱਖ ਕੱਟਿਆ ਜਾਏਗਾ। ਇੰਜ ਨਹੀਂ ਜੇ ਹੁੰਦਾ। ਸ਼ਬਦ ਨੂੰ ਪੀਣ ਦਾ ਮਤਲਬ ਨਾ ਗੁਰੂ ਦੇ ਸ਼ਬਦ ਨੂੰ ਆਪਣੇ ਕੰਨਾਂ ਰਾਹੀਂ ਹਿਰਦੇ ਵਿੱਚ ਵਸਾਉਣਾ ਹੈ, ਉਹਨੂੰ ਆਪਣੇ ਅੰਦਰ ਵਸਾ ਲੈਣਾ, ਸ਼ਬਦ ਦੇ ਮੁਤਾਬਕ ਜੀਵਨ ਜਿਉਣਾ ਆਰੰਭ ਕਰ ਦੇਣਾ। ਜੋ ਗੁਰੂ ਨੇ ਕਿਹਾ, ਗੁਰੂ ਨੇ ਸਾਨੂੰ ਸਮਝਾਇਆ ਕਿ ਤੱਤੀ ਤਵੀ ਤੇ ਵੀ ਸ਼ਾਂਤ ਰਹਿਣਾ ਤੇ ਨਰਮ ਨਰਮ ਗਧੇਲਿਆਂ ਤੇ ਫੁੱਲਾਂ ਦੀ ਵਰਖਾ ਹੋਵੇ ਉੱਥੇ ਵੀ ਸ਼ਾਂਤ ਰਹਿਣਾ। ਦੋਨਾਂ ਅਵਸਥਾਵਾਂ ਵਿੱਚ ਇੱਕੋ ਜਿਹਾ। ਤੁਸੀਂ ਤਖਤ ਤੇ ਬਿਰਾਜੋ ਤਾਂ ਵੀ ਸ਼ਾਂਤ, ਤੇ ਤੁਹਾਨੂੰ ਹੇਠਾਂ ਬਹਿਣਾ ਪੈ ਜਾਏ ਕੰਡਿਆਂ ਤੇ ਤਾਂ ਵੀ ਸ਼ਾਂਤ ਹੈ। ਗੁਰੂ ਦਾ ਸ਼ਬਦ ਤਾਂ ਆ ਹੈ, ਇਹ ਸਿਖਾਉਂਦਾ ਸਾਨੂੰ ਸਹਿਜ, ਇਹਦੇ ਨਾਲ ਗੱਲ ਬਣਦੀ ਹੈ। ਇਸ ਲਈ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਨਾ, ਕੰਨਾਂ ਰਾਹੀਂ ਅੱਖਾਂ ਰਾਹੀਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਣ ਦੇਣਾ, ਫਿਰ ਗੱਲ ਬਣੇਗੀ। ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋਗ, ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।